सत श्री अकाल प्यारे विद्यार्थियों, अज असी करांगे 10वीं क्लास का जो सैंपल पेपर है जो कि CBSE द्वारा जारी किया गया है। नमूने का प्रश्न पत्र टर्म 1 तो यह समा है जो 90 मिनट का है, 40 अंक तो जो निर्देश दिते हैं उन्होंने ध्यान नाल पढ़ांगे। हेठ लिखे निर्देशों ध्यान नाल पढ़ो तो उन्हों पालन करो। सारे प्रश्न लाजमी हैं। प्रश्न विच चोन भी दी गई है, उसनों ध्यान नाल वेख के हल किया जाए। सारे प्रश्न वो विकल्पी उत्तरों वाले हैं, हर प्रश्न के अंक बराबर हैं। उत्तरों नूं ध्यान नाल लिखिया अते उत्तर शीट ते दर्ज किया जाए। भाग पहला पढ़न कौशल। नोट हेठ लिखे 2 पैरिਆਂ ਅਤੇ एक कावी टुकड़ी ਨੂੰ ध्यान नाल पढ़ो ਅਤੇ ਉਹਨਾਂ ਦੇ ਹੇਠਾਂ ਪੁੱਛੇ ਗਏ ਪ੍ਰਸ਼ਨਾਂ ਵਿੱਚੋਂ ਕਿਸੇ 5 ਹਰੇਕ ਵਿੱਚੋਂ 2 ਪੈਰੇ ਨੇ ਤੇ ਇੱਕ ਕਾਵੀ ਟੁਕੜੀ ਤਾਂ ਹਰੇਕ ਵਿੱਚੋਂ 5 ਪ੍ਰਸ਼ਨਾਂ ਦੇ ਉੱਤਰ ਉਹਨਾਂ ਦੇ ਹੇਠਾਂ ਦਿੱਤੇ ਗਏ ਵਿਕਲਪਾਂ ਵਿੱਚੋਂ ਚੁਣ ਕੇ ਲਿਖੋ ਜਾਂ ਉੱਤਰ ਸ਼ੀਟ ਵਿੱਚ ਦਰਜ ਕਰੋ। ਹੁਣ ਉਸ ਤੋਂ ਬਾਅਦ ਜੋ ਪੈਸੇਜ ਦਿੱਤਾ ਗਿਆ ਹੈ, ਕਰੋਨਾ ਨਾਮਕ ਅਲਾਮਤ ਨੇ 2019 ਤੋਂ ਬਾਅਦ ਪੂਰੇ ਵਿਸ਼ਵ ਨੂੰ ਤਬਾਹੀ ਦੀ ਕਗਾਰ ਤੇ ਲਿਆ ਖੜਾ ਕੀਤਾ। ਇਸ ਨਾਮੁਰਾਦ ਬਿਮਾਰੀ ਨੇ ਲੋਕਾਂ ਨੂੰ ਬਹੁਤ ਹੀ ਖੌਫਨਾਕ ਝੰਜਟ ਵਿੱਚ ਫਸਾਇਆ ਹੈ। ਭਾਰਤ ਦੇ ਲੋਕ ਪਹਿਲੀ ਵਾਰ ਅਜਿਹੀ ਨਿਰਭਰ ਮਾਨਸਿਕਤਾ ਦੇ ਸ਼ਿਕਾਰ ਹੋਏ ਹਨ ਕਿ ਜੋ ਉਹ ਕੁਝ ਸੋਚਦੇ ਜਾਂ ਫੈਸਲਾ ਵੀ ਕਰਦੇ ਹਨ ਤਾਂ ਆਪ ਹੀ ਉਸ ਦੇ ਸ਼ੰਕੇ ਕਰਨ ਲੱਗ ਪੈਂਦੇ ਹਨ। ਕਰੋਨਾ ਅਲਾਮਤ ਨੇ ਸਿਹਤਮੰਦ ਸੰਸਾਰ ਦੇ ਸੰਕਲਪ ਅਤੇ ਦੇਸ਼ਾਂ ਦੀ ਆਰਥਿਕ ਤੇ ਡੂੰਘੀ ਸੱਟ ਹੀ ਨਹੀਂ ਮਾਰੀ, ਸਗੋਂ ਸਾਡੇ ਸਮਾਜਿਕ ਸੱਭਿਆਚਾਰ ਤਾਣੇ ਬਾਣੇ ਸੰਗਠਿਤ ਵਿਦਿਆ ਢਾਂਚੇ ਤੇ ਤੰਦਰੁਸਤ ਮਾਨਸਿਕਤਾ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਕਰੋਨਾ ਕਾਲ ਦੇ ਲਾਕਡਾਊਨ ਦੇ ਵਕਫੇ ਸਮੇਂ ਭਾਰਤ ਦੇ ਲੋਕਾਂ ਦੀ ਮਜ਼ਬੂਤ ਮਾਨਸਿਕਤਾ ਦੀ ਨੀਂਹ ਹੀ ਹਿੱਲ ਗਈ। ਘਰਾਂ ਅੰਦਰ ਡੱਕੇ ਹੋਏ ਭਾਰਤੀ ਲੋਕ, ਖਾਸ ਕਰ ਸ਼ਹਿਰੀ, ਕਿਉਂਕਿ ਪਿੰਡਾਂ ਵਿੱਚ ਤਾਂ ਫਿਰ ਵੀ ਮਾਹੌਲ ਥੋੜ੍ਹਾ ਖੁੱਲ੍ਹਾ ਸੀ, ਅਜੀਬ ਜਿਹੀ ਮਾਨਸਿਕਤਾ ਦੇ ਸ਼ਿਕਾਰ ਹੋਣ ਲੱਗ ਪਏ। ਕਰੋਨਾ ਕਾਲ ਦੇ ਸ਼ੁਰੂ ਦੇ ਸਮੇਂ ਦੌਰਾਨ ਹਸਪਤਾਲ, ਡਿਸਪੈਂਸਰੀਆਂ ਆਦਿ ਦੂਜੀਆਂ ਹੋਰ ਬਿਮਾਰੀਆਂ ਲਈ ਭਾਵੇਂ ਬੰਦ ਰਹੇ, ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਲੋਕ ਬਿਮਾਰ ਵੀ ਘੱਟ ਹੋਏ। ਭਾਵ ਨਿੱਕੀਆਂ ਨਿੱਕੀਆਂ ਬਿਮਾਰੀਆਂ ਲਈ ਵੀ ਡਾਕਟਰ ਜਾਂ ਹਸਪਤਾਲਾਂ ਦਾ ਰੁੱਖ ਕਰਨ ਵਾਲੇ ਲੋਕਾਂ ਦੀ ਕਰੋਨਾ ਦੀ ਦਹਿਸ਼ਤ ਵਿੱਚ ਬਿਮਾਰੀ ਉੱਭਰ ਹੀ ਨਾ ਸਕੀ। ਹਰ ਬੰਦਾ ਅੰਦਰੋਂ ਤੰਦਰੁਸਤੀ ਦੀ ਧੁਨ ਕੱਢਦਾ। ਉਪਰੋਕਤ ਪੈਰੇ ਦੇ ਆਧਾਰ ਤੇ ਪੁੱਛੇ ਗਏ 6 ਪ੍ਰਸ਼ਨਾਂ ਵਿੱਚੋਂ ਕੋਈ 5 ਹੱਲ ਕਰੋ। ਪ੍ਰਸ਼ਨ ਨੰਬਰ 1, 2019 ਤੋਂ ਬਾਅਦ ਪੂਰੇ ਵਿਸ਼ਵ ਨੂੰ ਕਿਸ ਅਲਾਮਤ ਨੇ ਤਬਾਹੀ ਦੀ ਕਗਾਰ ਤੇ ਲਿਆ ਖੜਾ ਕੀਤਾ? 1 ਪ੍ਰਦੂਸ਼ਣ, 2 ਪੋਲੀਓ, 3 ਕਰੋਨਾ ਤੇ 4 ਨਸ਼ਾ। ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਆਏਗਾ 3 ਕਰੋਨਾ। ਪ੍ਰਸ਼ਨ ਨੰਬਰ 2, ਕਰੋਨਾ ਅਲਾਮਤ ਨੇ ਕਿਸ ਵਿਕਲਪ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ? 1 ਖੌਫਨਾਕ ਝੰਜਟ, 2 ਸਿਹਤਮੰਦ ਸੰਸਾਰ ਦੇ, 3 ਸ਼ੰਕੇ ਕਰਨ ਦੀ ਆਦਤ ਦੇ ਤੇ 4 ਸ਼ਹਿਰੀ ਮਾਨਸਿਕਤਾ ਦੇ। ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਆਏਗਾ ਸਿਹਤਮੰਦ ਸੰਸਾਰ ਦੇ। ਅਗਲਾ ਪ੍ਰਸ਼ਨ ਹੈ ਜੋ 3, ਲੋਕਡਾਊਨ ਦੇ ਸਮੇਂ ਦੌਰਾਨ ਭਾਰਤ ਦੇ ਲੋਕਾਂ ਦੀ ਕਿਹੜੀ ਚੀਜ਼ ਦੀ ਨੀਂਹ ਹਿੱਲ ਗਈ? 1 ਨਿਤ ਨਵੀਆਂ ਖੋਜਾਂ ਦੀ, 2 ਤੇ ਹੈ ਨਿੱਕੀਆਂ ਨਿੱਕੀਆਂ ਬਿਮਾਰੀਆਂ ਦੀ, 3 ਤੇ ਹੈ ਮਜ਼ਬੂਤ ਮਾਨਸਿਕਤਾ ਦੀ ਤੇ 4 ਤੇ ਹੈ ਪੇਂਡੂ ਮਾਹੌਲ ਦੀ। ਤਾਂ ਇਸ ਦਾ ਜੋ ਸਹੀ ਉੱਤਰ ਹੈ ਉਹ ਆਏਗਾ ਮਜ਼ਬੂਤ ਮਾਨਸਿਕਤਾ ਦੀ। ਪ੍ਰਸ਼ਨ ਨੰਬਰ 4, ਲੋਕਡਾਊਨ ਦੇ ਦੌਰਾਨ ਕਿੱਥੇ ਕਿੱਥੇ ਥੋੜ੍ਹੀ ਬਹੁਤ ਖੁੱਲ੍ਹ ਰਹੀ? 1 ਪਿੰਡਾਂ ਵਿੱਚ, 2 ਸ਼ਹਿਰਾਂ ਵਿੱਚ, 3 ਹਸਪਤਾਲਾਂ ਵਿੱਚ ਤੇ 4 ਡਿਸਪੈਂਸਰੀਆਂ ਵਿੱਚ। ਤਾਂ ਇਸ ਦਾ ਜੋ ਸਹੀ ਉੱਤਰ ਹੈ ਉਹ ਹੈ ਪਿੰਡਾਂ ਵਿੱਚ ਥੋੜ੍ਹੀ ਬਹੁਤ ਖੁੱਲ੍ਹ ਰਹੀ। ਨੰਬਰ 5, ਕਰੋਨਾ ਕਾਲ ਦੇ ਸ਼ੁਰੂ ਦੇ ਸਮੇਂ ਦੌਰਾਨ ਹਸਪਤਾਲ ਤੇ ਡਿਸਪੈਂਸਰੀਆਂ ਕਰੋਨਾ ਨੂੰ ਛੱਡ ਕੇ ਕਿਸ ਲਈ ਬੰਦ ਰਹੇ? 1 ਦੂਜੀਆਂ ਹੋਰ ਬਿਮਾਰੀਆਂ ਲਈ, 2 ਡਾਕਟਰਾਂ ਲਈ, 3 ਨਰਸਾਂ ਲਈ ਤੇ 4 ਹੈ ਕੇਵਲ 2 ਅਤੇ 3 ਲਈ। ਤਾਂ ਇਸ ਦਾ ਜੋ ਸਹੀ ਉੱਤਰ ਹੈ ਉਹ ਕੀ ਆਏਗਾ? ਜੋ ਫਸਟ ਆਪਸ਼ਨ ਹੈ ਦੂਜੀਆਂ ਹੋਰ ਬਿਮਾਰੀਆਂ ਲਈ। ਤੇ 6ਵਾਂ ਪ੍ਰਸ਼ਨ ਹੈ, ਵੈਸੇ ਤਾਂ ਅਸੀਂ 5 ਹੀ ਕਰਨੇ ਆ ਪਰ 6ਵਾਂ ਵੀ ਅਸੀਂ ਪੜਾਂਗੇ। ਨਿੱਕੀ ਨਿੱਕੀ ਬਿਮਾਰੀ ਲਈ ਡਾਕਟਰ ਜਾਂ ਹਸਪਤਾਲਾਂ ਦਾ ਰੁੱਖ ਕਰਨ ਵਾਲੇ ਲੋਕਾਂ ਦੀ ਕਿਸ ਦੀ ਦਹਿਸ਼ਤ ਕਾਰਨ ਬਿਮਾਰੀ ਉੱਭਰ ਹੀ ਨਾ ਸਕੀ? ਫਸਟ ਹੈ ਲੁਟੇਰਿਆਂ ਦੀ, ਸੈਕਿੰਡ ਹੈ ਪੁਲਿਸ ਦੀ, ਥਰਡ ਹੈ ਹਸਪਤਾਲਾਂ ਦੀ ਤੇ 4th ਹੈ ਕਰੋਨਾ ਦੀ।
ਤਾਂ ਇਸ ਦਾ ਜੋ ਰਾਈਟ ਆंसर है वो ਕੀ ਆਏਗਾ, ਜੋ फोर्थ है ਕਰੋਨਾ ਦੀ। ਸਾਡਾ ਜੋ ਦੂਜਾ ਪੈਸੇਜ ਹੈ, ਕੁਦਰਤੀ ਖੇਤੀ ਤੋਂ ਆਰੰਭ ਹੋ ਕੇ ਅਜੋਕੀ ਮਸ਼ੀਨੀ ਖੇਤੀ ਤੱਕ ਪਹੁੰਚਣ ਦੇ ਵਕਫੇ ਦੌਰਾਨ ਖੇਤੀ ਦੇ ਨੇ ਬਹੁਤ ਸਾਰੇ ਉਤਰਾਅ ਚੜ੍ਹਾਅ ਵੇਖੇ ਹਨ। ਮਨੁੱਖੀ ਸੱਭਿਆਚਾਰ ਦੇ ਵਿਕਾਸ ਵਿੱਚ ਖੇਤੀ ਦੂਸਰਾ ਮਹੱਤਵਪੂਰਨ ਪੜਾਅ ਹੈ। ਜਿੱਥੇ ਮਨੁੱਖ ਦੀ ਟੈਰੀਟੋਰੀਐਲਿਟੀ ਬਦਲਦੀ ਹੈ, ਸੰਸਾਰ ਵਿੱਚ ਖੇਤੀ ਵਿਵਸਥਾ ਕਦੋਂ, ਕਿਸ ਖਿੱਤੇ ਵਿੱਚ ਤੇ ਕਿਵੇਂ ਸ਼ੁਰੂ ਹੋਈ, ਸਵਾਲ ਵਿਦਵਾਨਾਂ ਲਈ ਸਦਾ ਹੀ ਦਿਲਚਸਪੀ ਦਾ ਇੱਕ ਵਿਸ਼ਾ ਰਹੇ ਹਨ। ਕੰਦ ਮੂਲਾਂ ਅਤੇ ਜੰਗਲੀ ਜਾਨਵਰਾਂ ਦੇ ਕੱਚੇ ਮਾਸ ਦੇ ਸਹਾਰੇ ਆਪਣੀ ਜ਼ਿੰਦਗੀ ਦਾ ਸਫ਼ਰ ਸ਼ੁਰੂ ਕਰਕੇ ਅੱਜ ਦੇ ਇਸ ਅਤੀ ਆਧੁਨਿਕ ਜ਼ਮਾਨੇ ਵਿੱਚ ਪਹੁੰਚਣ ਵਾਲੇ ਮਨੁੱਖ ਦੇ ਪਿਛੋਕੜ ਵਿੱਚ ਇੱਕ ਲੰਮਾ ਇਤਿਹਾਸ ਕਾਰਜਸ਼ੀਲ ਹੈ। ਖੇਤੀ ਖੇਤਰ ਵਿੱਚ ਹੋਇਆ ਤਬਦੀਲੀਆਂ ਤੇ ਸਮਾਂ ਕਾਲ ਵਿਦਵਾਨਾਂ ਲਈ ਵਾਦ ਵਿਵਾਦ ਦਾ ਵਿਸ਼ਾ ਬਣਿਆ ਰਿਹਾ ਹੈ, ਕਿਉਂਕਿ ਇਹਨਾਂ ਤਬਦੀਲੀਆਂ ਦੇ ਬਾਰੇ ਬਹੁਤ ਘੱਟ ਇਤਿਹਾਸਿਕ ਜਾਣਕਾਰੀ ਮਿਲਦੀ ਹੈ। ਹੁਣ ਤੀਕ ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਦੀ ਸੱਭਿਅਤਾ ਸੰਸਾਰ ਦੀਆਂ ਪ੍ਰਾਚੀਨ ਤੇ ਉੱਨਤ ਸੱਭਿਅਤਾਵਾਂ ਵਿੱਚੋਂ ਹੈ। ਭਾਰਤ ਵਿੱਚ ਸਭ ਤੋਂ ਪਹਿਲਾਂ ਪੰਜਾਬ ਦੇ ਪਹਾੜੀ ਇਲਾਕਿਆਂ ਵਿਚਲੇ ਵਿਕਾਸ ਕਾਲ ਵਿੱਚ ਖੇਤੀ ਲੋਕਾਂ ਦਾ ਪ੍ਰਮੁੱਖ ਕਿੱਤਾ ਸੀ। ਵੈਦਿਕ ਕਾਲ ਤੱਕ, ਸਿੱਖ ਰਾਜ ਕਾਲ, ਅੰਗਰੇਜ਼ੀ ਸ਼ਾਸਨ ਆਦਿ ਦੌਰਾਨ ਪੰਜਾਬ ਦੀ ਖੇਤੀ ਨੇ ਬਹੁਤ ਸਾਰੇ ਉਤਰਾਅ ਚੜ੍ਹਾਅ ਵੇਖੇ। ਆਮ ਤੌਰ 'ਤੇ ਬਹੁਤੇ ਮਾਨਵ ਵਿਗਿਆਨੀ ਖੇਤੀ ਦੀ ਉਤਪੱਤੀ ਨੂੰ ਇਸਤਰੀ ਨਾਲ ਜੋੜਦੇ ਹਨ। ਭਾਰਤੀ ਪੁਰਾਤੱਤਵ ਵਿਭਾਗ ਦੇ ਸਰਵੇਖਣ ਅਨੁਸਾਰ ਕਸ਼ਮੀਰ ਵਿੱਚ ਨਵ ਪੱਥਰ ਯੁੱਗ ਵਿੱਚ ਖੇਤੀ ਹੋਣ ਦੇ ਸਬੂਤ ਮਿਲੇ ਹਨ। ਉਸ ਤੋਂ ਬਾਅਦ ਉਪਰੋਕਤ ਪੈਰੇ ਦੇ ਆਧਾਰ 'ਤੇ ਪੁੱਛੇ ਗਏ 6 ਪ੍ਰਸ਼ਨਾਂ ਵਿੱਚੋਂ ਕੋਈ 5 ਹੱਲ ਕਰੋ। ਪਹਿਲਾ ਜੋ 7ਵਾਂ ਪ੍ਰਸ਼ਨ ਹੈ ਸਾਡਾ 7ਵਾਂ, ਮਨੁੱਖੀ ਸੱਭਿਆਚਾਰ ਦੇ ਵਿਕਾਸ ਵਿੱਚ ਦੂਸਰਾ ਮਹੱਤਵਪੂਰਨ ਪੜਾਅ ਕਿਹੜਾ ਹੈ? 1 ਉਦਯੋਗਿਕ ਕ੍ਰਾਂਤੀ, 2 ਖੇਤੀ, 3 ਅੰਗਰੇਜ਼ਾਂ ਦੇ ਸੁਧਾਰ ਤੇ ਚੌਥਾ ਹੈ ਪੱਥਰ ਯੁੱਗ। ਤਾਂ ਇਸ ਦਾ ਜੋ ਸਹੀ ਉੱਤਰ ਹੈ ਉਹ ਕੀ ਆਏਗਾ? ਖੇਤੀ, ਜੋ ਸੈਕਿੰਡ ਆਪਸ਼ਨ ਹੈ। 8ਵਾਂ ਪ੍ਰਸ਼ਨ ਹੈ, ਖੇਤੀ ਖੇਤਰ ਵਿੱਚ ਹੋਈਆਂ ਡੈਸ਼ ਵਿਦਵਾਨਾਂ ਲਈ ਵਾਦ ਵਿਵਾਦ ਦਾ ਵਿਸ਼ਾ ਬਣਿਆ ਰਿਹਾ ਹੈ। ਦਿੱਤੇ ਵਿਕਲਪਾਂ ਵਿੱਚੋਂ ਸਹੀ ਵਿਕਲਪ ਚੁਣ ਕੇ ਖਾਲੀ ਸਥਾਨ ਭਰੋ। ਪਹਿਲਾ ਹੈ ਮੁਸ਼ਕਿਲਾਂ, ਦੂਜਾ ਹੈ ਤਬਾਹੀਆਂ ਤੇ ਤੀਜਾ ਹੈ ਫਸਲਾਂ, ਚੌਥਾ ਹੈ ਤਬਦੀਲੀਆਂ ਤੇ ਸਮਾਂ ਕਾਲ। ਤਾਂ ਇਸ ਦਾ ਜੋ ਰਾਈਟ ਆਂਸਰ ਹੈ ਉਹ ਆਏਗਾ 4th, ਤਬਦੀਲੀਆਂ ਤੇ ਸਮਾਂ ਕਾਲ। ਖੇਤੀ ਖੇਤਰ ਵਿੱਚ ਹੋਈਆਂ ਤਬਦੀਲੀਆਂ ਤੇ ਸਮਾਂ ਕਾਲ ਵਿਦਵਾਨਾਂ ਲਈ ਵਾਦ ਵਿਵਾਦ ਦਾ ਵਿਸ਼ਾ ਬਣਿਆ ਰਿਹਾ ਹੈ। ਉਸ ਤੋਂ ਬਾਅਦ 9ਵਾਂ ਪ੍ਰਸ਼ਨ ਹੈ, ਹੁਣ ਤੀਕ ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਦੀ ਸੱਭਿਅਤਾ ਸੰਸਾਰ ਦੀਆਂ ਕਿਹੋ ਜਿਹੀਆਂ ਸੱਭਿਅਤਾਵਾਂ ਵਿੱਚੋਂ ਹੈ? 1 ਹੈ ਪ੍ਰਾਚੀਨ ਅਤੇ ਉੱਨਤ, ਦੂਜਾ ਹੈ ਪਿਛੜੀ ਤੇ ਪਿਛਾਹ ਖਿੱਚੂ, ਤੀਜਾ ਹੈ ਲੜਾਕੀ ਅਤੇ ਅਸੱਭਿਅਕ ਤੇ ਚੌਥਾ ਹੈ ਕੱਟੜਪੰਥੀ ਤੇ ਜਿੱਤੀ। ਤਾਂ ਇਸ ਦਾ ਜੋ ਰਾਈਟ ਆਂਸਰ ਹੈ ਉਹ ਆਏਗਾ ਪ੍ਰਾਚੀਨ ਤੇ ਉੱਨਤ। ਕੁਦਰਤੀ ਖੇਤੀ ਤੋਂ ਆਰੰਭ ਹੋ ਕੇ ਅਜੋਕੀ ਮਸ਼ੀਨੀ ਖੇਤੀ ਤੱਕ ਪਹੁੰਚਣ ਦੇ ਵਕਫੇ ਦੌਰਾਨ ਖੇਤੀ ਨੇ ਬਹੁਤ ਸਾਰੇ ਕੀ ਵੇਖੇ ਹਨ? 1 ਪਹਾੜ ਤੇ ਜੰਗਲ, 2 ਉਤਰਾਅ ਚੜ੍ਹਾਅ, 3 ਪੰਛੀ ਤੇ ਜਾਨਵਰ ਤੇ 4 ਹੈ ਕੇਵਲ 1 ਤੇ 3। ਤਾਂ ਇਸ ਦਾ ਜੋ ਸਹੀ ਉੱਤਰ ਹੈ ਉਹ ਆਏਗਾ ਉਤਰਾਅ ਤੇ ਚੜ੍ਹਾਅ। ਸੈਕਿੰਡ ਆਪਸ਼ਨ ਜੋ ਹੈ ਉਹ ਰਾਈਟ ਆਂਸਰ ਹੈ। ਪ੍ਰਸ਼ਨ ਨੰਬਰ 11, ਆਮ ਤੌਰ 'ਤੇ ਬਹੁਤੇ ਮਾਨਵ ਵਿਗਿਆਨੀ ਖੇਤੀ ਦੀ ਉਤਪੱਤੀ ਨੂੰ ਕਿਸ ਨਾਲ ਜੋੜਦੇ ਹਨ? 1 ਅੰਗਰੇਜ਼ੀ ਸ਼ਾਸਨ ਨਾਲ, 2 ਸਿੱਖ ਰਾਜਕਾਲ ਨਾਲ, 3 ਇਸਤਰੀ ਨਾਲ ਤੇ 4 ਮੁਗਲ ਸ਼ਾਸਨ ਨਾਲ। ਤਾਂ ਇਸ ਦਾ ਜੋ ਰਾਈਟ ਆਂਸਰ ਆਏਗਾ ਕਿਸ ਨਾਲ ਜੋੜਦੇ ਹਨ? ਇਸਤਰੀ ਨਾਲ। ਭਾਰਤੀ ਪੁਰਾਤੱਤਵ ਵਿਭਾਗ ਦੇ ਸਰਵੇਖਣ ਅਨੁਸਾਰ ਕਸ਼ਮੀਰ ਵਿੱਚ ਕਿਹੜੇ ਯੁੱਗ ਵਿੱਚ ਖੇਤੀ ਹੋਣ ਦੇ ਸਬੂਤ ਮਿਲੇ ਹਨ? 1 ਨਵ ਪੱਥਰ, 2 ਮਹਾਰਾਜਾ ਰਣਜੀਤ ਸਿੰਘ ਕਾਲ, 3 ਬ੍ਰਿਟਿਸ਼ ਸ਼ਾਸਨ ਤੇ 4 ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ। ਤਾਂ ਇਸ ਦਾ ਜੋ ਸਹੀ ਉੱਤਰ ਹੈ ਉਹ ਆਏਗਾ ਨਵ ਪੱਥਰ। ਉਸ ਤੋਂ ਬਾਅਦ ਸਾਡਾ ਸੀ ਪਾਠ ਸ਼ੁਰੂ ਹੁੰਦਾ ਹੈ ਜਿਸ ਵਿੱਚ ਕਾਵੀ ਟੁਕੜੀ ਹੈ। ਹਰ ਮੋੜ ਤੇ ਚੱਲਦੀ ਕੁਲਾੜੀ ਕਿੰਨੀ ਚੰਗੀ ਲੱਗਦੀ, ਬਲਦਾਂ ਦੀ ਜੋੜੀ ਅੱਗੇ ਭੱਜਦੀ, ਬਲਦਾਂ ਨੂੰ ਚਾਚਾ ਚਾਵਾਂ ਨਾਲ ਹੱਕਦਾ, ਵੇਲਣੇ 'ਚ ਗੰਨੇ ਦਿੰਦਾ ਤਾਇਆ ਨਾ ਥੱਕਦਾ, ਗੰਨਿਆਂ ਦੀ ਭਰੀ ਛੱਜਾ ਗਿਆ ਸੁੱਟ ਕੇ, ਗੰਨੇ ਘੜੇ ਕਾਮਿਆ ਕਮਾਦੋਂ ਕੱਟ ਕੇ। ਤਾਂ ਉਪਰੋਕਤ ਜੋ ਕਾਵੀ ਟੁਕੜੀ ਹੈ ਉਸਦੇ ਆਧਾਰ 'ਤੇ ਪੁੱਛੇ ਗਏ 6 ਪ੍ਰਸ਼ਨਾਂ ਵਿੱਚੋਂ ਕੋਈ 5 ਹੱਲ ਕਰਨੇ ਹਨ। ਨੰਬਰ 13,
ਚੱਲਦੀ ਕੁਲਾੜੀ ਕਿਹੋ ਜਿਹੀ ਲੱਗਦੀ ਹੈ? ਆਪਸ਼ਨ ਨੰਬਰ 1 ਚੰਗੀ, 2 ਮੰਦੀ, 3 ਬਹੁਤ ਭਾਰੀ ਤੇ 4 ਬਹੁਤ ਹਲਕੀ। ਤਾਂ ਇਸ ਦਾ ਜੋ ਰਾਈਟ ਆਂਸਰ ਹੈ ਉਹ ਆਏਗਾ ਚੱਲਦੀ ਕੁਲਾੜੀ ਕਿੰਨੀ ਚੰਗੀ ਲੱਗਦੀ, ਚੰਗੀ। ਪ੍ਰਸ਼ਨ ਨੰਬਰ 14 ਅੱਗੇ ਅੱਗੇ ਕੀ ਭੱਜਦਾ ਹੈ? 1 ਬੱਚਿਆਂ ਦੀ ਟੋਲੀ, 2 ਟਰੈਕਟਰ, 3 ਬਲਦਾਂ ਦੀ ਜੋੜੀ ਤੇ 4 ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਇਸ ਦਾ ਜੋ ਸਹੀ ਉੱਤਰ ਹੈ ਉਹ ਆਏਗਾ ਅੱਗੇ ਅੱਗੇ ਬਲਦਾਂ ਦੀ ਜੋੜੀ ਭੱਜਦੀ ਹੈ। ਪ੍ਰਸ਼ਨ ਨੰਬਰ 15 ਬਲਦਾਂ ਨੂੰ ਚਾਵਾਂ ਨਾਲ ਕੌਣ ਹੱਕਦਾ ਹੈ? 1 ਦਾਦਾ, 2 ਬਾਪੂ, 3 ਤਾਇਆ ਤੇ 4 ਚਾਚਾ। ਤਾਂ ਬਲਦਾਂ ਨੂੰ ਕੌਣ ਹੱਕਦਾ ਹੈ ਚਾਵਾਂ ਨਾਲ? ਬਲਦਾਂ ਨੂੰ ਚਾਵਾਂ ਨਾਲ ਚਾਚਾ ਹੱਕਦਾ। 4 ਜੋ ਆਪਸ਼ਨ ਹੈ ਇਸਦਾ ਸਹੀ ਆਂਸਰ ਹੈ। ਪ੍ਰਸ਼ਨ ਨੰਬਰ 16 ਗੰਨਿਆਂ ਦੀ ਭਰੀ ਕੌਣ ਸੁੱਟ ਕੇ ਗਿਆ? ਗੰਨਿਆਂ ਦੀ ਭਰੀ ਕੌਣ ਸੁੱਟ ਕੇ ਗਿਆ? 1 ਤੇ ਹੈ ਛੱਜਾ, 2 ਬਨੇਰਾ, 3 ਪਰਨਾਲਾ ਤੇ 4 ਕੰਧ। ਤਾਂ ਜੋ ਗੰਨਿਆਂ ਦੀ ਭਰੀ ਹੈ ਉਹ ਛੱਜਾ ਸੁੱਟ ਕੇ ਗਿਆ। ਪ੍ਰਸ਼ਨ ਨੰਬਰ 17 ਤਾਇਆ ਕੀ ਕਰਦਾ ਥੱਕ ਨਹੀਂ ਰਿਹਾ? 1 ਗੁੜ ਖਾਂਦਾ, ਦੂਜਾ ਵੇਲਣੇ 'ਚ ਗੰਨੇ ਦਿੰਦਾ, ਤੀਜਾ ਗੰਨੇ ਘੜਦਾ ਤੇ ਚੌਥਾ ਹੈ ਬਲਦਾਂ ਦੇ ਅੱਗੇ ਅੱਗੇ ਭੱਜਦਾ। ਤਾਂ ਇਹਦਾ ਜੋ ਰਾਈਟ ਆਂਸਰ ਆਏਗਾ ਸੈਕਿੰਡ ਵੇਲਣੇ 'ਚ ਗੰਨੇ ਦਿੰਦਾ। ਨੰਬਰ 18 ਕੁਲਾੜੀ ਸ਼ਬਦ ਦੇ ਕੀ ਅਰਥ ਹਨ? 1 ਘੁਲਣ ਵਾਲੇ ਆੜੀ, 2 ਗੰਨਾ ਪੀੜਨ ਅਤੇ ਗੁੜ ਤੇ ਸ਼ੱਕਰ ਬਣਾਉਣ ਦਾ ਇੱਕ ਕਿਸਮ ਦਾ ਜੰਤਰ, 3 ਬਲਦਾਂ ਨਾਲ ਖੇਤੀ ਕਰਨਾ ਤੇ 4 ਫਸਲ ਨੂੰ ਕੱਟਣਾ। ਤਾਂ ਇਹਦਾ ਜੋ ਰਾਈਟ ਆਂਸਰ ਹੈ ਉਹ ਆਏਗਾ ਗੰਨਾ ਪੀੜਨ ਅਤੇ ਗੁੜ ਤੇ ਸ਼ੱਕਰ ਬਣਾਉਣ ਤੇ ਦਾ ਇੱਕ ਕਿਸਮ ਦਾ ਜੰਤਰ। ਉਸ ਤੋਂ ਬਾਅਦ ਹੈ ਭਾਗ ਦੂਜਾ ਵਿਆਕਰਨ। ਦੂਜੇ ਭਾਗ ਵਿੱਚ ਸਮਾਸੀ ਸ਼ਬਦ ਪੁੱਛੇ ਗਏ ਅਨੁਸਾਰ 5 ਪ੍ਰਸ਼ਨਾਂ ਵਿੱਚੋਂ 4 ਹੱਲ ਕਰੋ। 19 ਪ੍ਰਸ਼ਨ ਹੈ। ਪ੍ਰਸ਼ਨ ਨੰਬਰ 19 ਹੇਠ ਲਿਖੇ ਵਿਕਲਪਾਂ ਵਿੱਚੋਂ ਕਿਹੜਾ ਇੱਕ ਸਮਾਸੀ ਸ਼ਬਦ ਹੈ? 1 ਧਰਮ, 2 ਇੱਜ਼ਤਮਾਨ, 3 ਕਮਜ਼ੋਰੀ ਤੇ 4 ਰੋਸ਼ਨੀ। ਤਾਂ ਇਸਦਾ ਜੋ ਸਹੀ ਉੱਤਰ ਹੈ ਉਹ ਆਏਗਾ ਜੋ ਦੂਜਾ ਆਪਸ਼ਨ ਹੈ ਇੱਜ਼ਤਮਾਨ। ਪ੍ਰਸ਼ਨ ਨੰਬਰ 20 ਹੇਠ ਲਿਖਿਆਂ ਵਿੱਚੋਂ ਕਿਹੜਾ ਸਮਾਸੀ ਸ਼ਬਦ ਸਾਰਥਕ ਤੇ ਨਿਰਾਰਥਕ ਸ਼ਬਦਾਂ ਦੇ ਸੁਮੇਲ ਨਾਲ ਬਣਿਆ ਹੈ? ਤਾਂ ਸਾਰਥਕ ਅਤੇ ਨਿਰਾਰਥਕ ਸ਼ਬਦਾਂ ਦੇ ਸੁਮੇਲ ਨਾਲ ਕਿਹੜਾ ਬਣਿਆ ਹੈ? 1 ਇੱਟ ਖੜੀਕਾ, ਦੂਜਾ ਨਿੱਕਾ ਮੋਟਾ, ਤੀਜਾ ਪਿੱਟ ਸਿਆਪਾ ਤੇ ਚੌਥਾ ਹੈ ਵੇਲਾ ਕੁਵੇਲਾ। ਤਾਂ ਸਹੀ ਉੱਤਰ ਹੈ ਉਹ ਆਏਗਾ 1 ਇੱਟ ਖੜੀਕਾ। ਹੇਠ ਲਿਖਿਆਂ ਵਿੱਚੋਂ ਕਿਹੜਾ ਸਮਾਸੀ ਸ਼ਬਦ ਵਿਰੋਧਾਰਥਕ ਸ਼ਬਦਾਂ ਦੇ ਸੁਮੇਲ ਨਾਲ ਬਣਿਆ ਹੈ? 1 ਲਾਲ ਸੁਰਖ, ਦੂਜਾ ਦਿਨ ਭਰ, ਤੀਜਾ ਸਵੇਰ ਸ਼ਾਮ ਤੇ ਚੌਥਾ ਹੈ ਵੇਲ ਬੂਟੇ। ਤਾਂ ਇਸਦਾ ਜੋ ਸਹੀ ਉੱਤਰ ਹੈ ਉਹ ਆਏਗਾ ਸਵੇਰ ਸ਼ਾਮ। ਪ੍ਰਸ਼ਨ ਨੰਬਰ 22 ਚੁਗਲ ਅਤੇ ਖੋਰ ਤੋਂ ਕਿਹੜਾ ਸਮਾਸੀ ਸ਼ਬਦ ਬਣੇਗਾ? 1 ਹੈ ਚੁਗਲ ਅਤੇ ਖੋਰੀ, ਦੂਜਾ ਹੈ ਚੁਗਲਾਂ ਦਾ ਖੋਰ, ਤੀਜਾ ਹੈ ਚੁਗਲਖੋਰੀ ਤੇ ਚੌਥਾ ਹੈ ਚੁਗਲਖੋਰ। ਜਿਸ ਵਿੱਚ ਜੋੜਨੀ ਲੱਗੀ ਹੈ ਉਹ ਆ ਜਾਏਗਾ ਸਮਾਸੀ ਸ਼ਬਦ ਸਾਡਾ ਰਾਈਟ ਆਂਸਰ ਚੁਗਲਖੋਰ। ਪ੍ਰਸ਼ਨ ਨੰਬਰ 23 ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਸਮਾਸੀ ਨਹੀਂ ਹੈ? 1 ਰੋਟੀ ਪਾਣੀ, ਦੂਜਾ ਰੋਟੀ ਟੁੱਕ, ਤੀਜਾ ਰੋਟੀ ਪੂਰੀ ਤੇ ਚੌਥਾ ਹੈ ਰੋਜੀ ਰੋਟੀ। ਤਾਂ ਇਹਨਾਂ ਵਿੱਚੋਂ ਜੋ ਸਮਾਸੀ ਨਹੀਂ ਹੈ ਉਹ ਆਏਗਾ ਤੀਜਾ ਆਪਸ਼ਨ ਰੋਟੀ ਪੂਰੀ। ਉਸ ਤੋਂ ਬਾਅਦ ਬਹੁ ਅਰਥਕ ਸ਼ਬਦ ਪੁੱਛੇ ਗਏ ਅਨੁਸਾਰ 5 ਪ੍ਰਸ਼ਨਾਂ ਵਿੱਚੋਂ ਕੋਈ 4 ਹੱਲ ਕਰੋ। ਪਹਿਲਾ ਜੋ ਇਸ ਵਿੱਚ 24 ਤੇ ਕੁਐਸਚਨ ਹੈ ਹੇਠ ਲਿਖੇ ਵਿਕਲਪਾਂ ਵਿੱਚੋਂ ਕਿਹੜਾ ਭਾਰ ਦਾ ਬਹੁ ਅਰਥਕ ਸ਼ਬਦ ਨਹੀਂ ਹੈ? 1 ਵਜ਼ਨ, 2 ਤਾਕਤ, ਤੀਜਾ ਅਹਿਸਾਨ ਤੇ ਚੌਥਾ ਦਬਾਊ। ਇਸ ਵਿੱਚ 3 ਆਪਸ਼ਨ ਜੋ ਦਿੱਤੇ ਗਏ ਹਨ ਉਹ ਇਸਦੇ ਬਹੁ ਅਰਥਕ ਹਨ ਤੇ ਇੱਕ ਸ਼ਬਦ ਹੈ ਜੋ ਨਹੀਂ ਹੈ ਤਾਂ ਉਹ ਹੈ ਤਾਕਤ, ਦੂਜਾ ਆਪਸ਼ਨ ਹੈ ਜੋ। ਪ੍ਰਸ਼ਨ ਨੰਬਰ 25 ਵੰਡ ਸ਼ਬਦ ਦਾ ਇੱਕ ਅਰਥ ਹੈ ਖਲ ਬੜੇਵੇਂ, ਹੋਰ ਕੀ ਅਰਥ ਹੋ ਸਕਦੇ ਹਨ? ਸਹੀ ਵਿਕਲਪ ਚੁਣੋ। ਪਹਿਲਾ ਆਪਸ਼ਨ ਹੈ ਵੰਡਣਾ ਜਾਂ ਦਾਨ ਕਰਨਾ, ਦੂਜਾ ਹੈ ਝਗੜਨਾ ਜਾਂ ਪੱਲਾ, ਤੀਜਾ ਵਾਰੀ ਜਾਂ ਦਿਨ ਤੇ ਚੌਥਾ ਉਪਰੋਕਤ ਸਾਰੇ ਹੀ। ਤਾਂ ਇਸਦਾ ਜੋ ਰਾਈਟ ਆਂਸਰ ਹੈ ਉਹ ਆਏਗਾ ਜੋ ਪਹਿਲਾ ਆਪਸ਼ਨ ਹੈ ਵੰਡਣਾ ਅਤੇ ਦਾਨ ਕਰਨਾ, ਇਹ ਵੰਡ ਦਾ ਹੋਰ ਅਰਥ ਹੈ। ਉਸ ਤੋਂ ਬਾਅਦ ਹੇਠ ਲਿਖੇ ਵਾਕ ਵਿਚਲੀਆਂ ਖਾਲੀ ਥਾਵਾਂ ਭਰਨ ਲਈ ਬਹੁ ਅਰਥਕ ਸ਼ਬਦ ਚੁਣ ਕੇ ਵਰਤੋ। ਅੱਜ ਬੜਾ ਡੈਸ਼ ਹੈ ਪਰ ਉਹ ਧੁੱਪ ਵਿੱਚ ਹੀ ਬਾਣ ਡੈਸ਼ ਰਹੇ ਹਨ। ਪਹਿਲਾ ਸੋਹਣਾ, ਦੂਜਾ ਵੱਟ, ਤੀਜਾ ਗਰਮ ਤੇ ਚੌਥਾ ਧੋਣਾ।
ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਆਏਗਾ ਵੱਟ। ਅੱਜ ਬੜਾ ਵੱਟ ਹੈ। ਵੱਟ ਦਾ ਮਤਲਬ ਗਰਮੀ ਹੁੰਦਾ ਹੈ, ਪਰ ਉਹ ਧੁੱਪ ਵਿੱਚ ਹੀ ਬਾਣ ਵੱਟ ਰਹੇ ਹਨ। ਵੱਟਣਾ ਮਤਲਬ ਬਾਣ ਵੱਟਣਾ। ਪ੍ਰਸ਼ਨ ਨੰਬਰ 27, ਬਹੁ ਅਰਥਕ ਸ਼ਬਦ ਉਹ ਹੁੰਦੇ ਹਨ। ਪਹਿਲਾ ਆਪਸ਼ਨ ਹੈ ਜਿਨ੍ਹਾਂ ਸ਼ਬਦਾਂ ਦਾ ਉਚਾਰਨ ਅਤੇ ਅਰਥ ਅਲੱਗ-ਅਲੱਗ ਹੋਣ। ਦੂਜਾ, ਜਿਨ੍ਹਾਂ ਸ਼ਬਦਾਂ ਦਾ ਅਰਥ ਬਿਲਕੁਲ ਉਲਟ ਹੋਵੇ। ਤੀਜਾ, ਜਿਨ੍ਹਾਂ ਸ਼ਬਦਾਂ ਦਾ ਉਚਾਰਨ ਲਗਭਗ ਇੱਕੋ ਜਿਹਾ ਹੋਵੇ ਪਰ ਅਰਥ ਵੱਖੋ ਵੱਖਰੇ ਹੋਣ। ਅਤੇ ਚੌਥਾ ਹੈ ਜਿਨ੍ਹਾਂ ਸ਼ਬਦਾਂ ਦਾ ਉਚਾਰਨ ਅਲੱਗ-ਅਲੱਗ ਹੋਵੇ ਪਰ ਅਰਥ ਇੱਕੋ ਜਿਹੇ ਹੋਣ। ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਆਏਗਾ ਤੀਜਾ ਜੋ ਆਪਸ਼ਨ ਹੈ, ਜਿਨ੍ਹਾਂ ਸ਼ਬਦਾਂ ਦਾ ਉਚਾਰਨ ਲਗਭਗ ਇੱਕੋ ਜਿਹਾ ਹੋਵੇ ਪਰ ਅਰਥ ਵੱਖੋ ਵੱਖਰੇ ਹੋਣ। ਪ੍ਰਸ਼ਨ ਨੰਬਰ 28, ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਆਖਣਾ ਲਈ ਵਰਤਿਆ ਜਾਏਗਾ? ਇੱਕ ਖੁਰਪਾ, ਦੂਜਾ ਕਹੀਂ, ਤੀਜਾ ਦਾਤਰੀ ਅਤੇ ਚੌਥਾ ਗੰਡਾਸਾ। ਤਾਂ ਆਖਣਾ ਲਈ, ਆਖਣਾ ਮਤਲਬ ਕਹਿਣਾ, ਤਾਂ ਇਸ ਵਿੱਚੋਂ ਕਹੀ ਸ਼ਬਦ ਹੈ ਜੋ ਉਸਨੇ ਇਹ ਗੱਲ ਕਹੀ ਜਾਂ ਰਾਮ ਦੇ ਪਿਤਾ ਨੇ ਉਸਨੂੰ ਗੱਲ ਕਹੀ, ਤਾਂ ਇਸ ਲਈ ਕਹੀ ਸ਼ਬਦ ਹੈ ਜੋ ਉਹ ਯੂਜ਼ ਹੋਏਗਾ। ਮੁਹਾਵਰੇ, ਪੁੱਛੇ ਗਏ ਅਨੁਸਾਰ 3 ਪ੍ਰਸ਼ਨਾਂ ਵਿੱਚੋਂ ਕੋਈ 2 ਹੱਲ ਕਰੋ। ਪ੍ਰਸ਼ਨ ਨੰਬਰ 29, ਸਹੀ ਸ਼ਬਦ ਚੁਣ ਕੇ ਮੁਹਾਵਰਾ ਪੂਰਾ ਕਰੋ। ਸੱਜੀ ਡੈਸ਼ ਹੋਣਾ, ਸੱਜੀ ਉਂਗਲ ਹੋਣਾ, ਸੱਜੀ ਲੱਤ ਹੋਣਾ ਜਾਂ ਸੱਜੀ ਖੱਬੀ ਹੋਣਾ, ਜਾਂ ਹੈ ਚੌਥਾ ਸੱਜੀ ਬਾਂਹ ਹੋਣਾ। ਤਾਂ ਸਹੀ ਮੁਹਾਵਰਾ ਸਾਡਾ ਹੈ ਸੱਜੀ ਬਾਂਹ ਹੋਣਾ। ਪ੍ਰਸ਼ਨ ਨੰਬਰ 30, ਹੇਠ ਲਿਖੇ ਵਾਕ ਲਈ ਠੀਕ ਮੁਹਾਵਰਾ ਚੁਣੋ। ਕੇਂਦਰ ਸੁਪਰੀਡੈਂਟ ਨੇ ਨਿਗਰਾਨ ਅਮਲੇ ਨੂੰ ਕਿਹਾ ਕਿ 10ਵੀਂ ਜਮਾਤ ਦੇ ਪ੍ਰਸ਼ਨ ਪੱਤਰ ਆ ਗਏ ਹਨ। ਕਿਸੇ ਨੂੰ ਇਸ ਦੀ ਡੈਸ਼, 1 ਅਲਮਾਰੀ ਬਾਰੇ ਦੱਸੋ, 2 ਖਬਰ ਤਾਂ ਪਤਾ ਲੱਗੇ, 3 ਕੰਨੋ ਕੰਨੀ ਖਬਰ ਨਾ ਹੋਵੇ ਅਤੇ 4 ਹੈ ਚੌਕੀਦਾਰ ਨੂੰ ਖਬਰ ਕਰੋ। ਤਾਂ ਕਿਸੇ ਨੂੰ ਇਸ ਦੀ ਕੰਨੋ ਕੰਨੀ ਖਬਰ ਨਾ ਹੋਏ, ਤਾਂ ਇਸ ਦਾ 3rd ਆਪਸ਼ਨ ਹੈ ਜੋ ਰਾਈਟ ਆਨਸਰ ਹੈ। ਪ੍ਰਸ਼ਨ ਨੰਬਰ 31, ਬੇਫਿਕਰ ਹੋ ਕੇ ਸੌਣ ਲਈ ਕਿਹੜੇ ਮੁਹਾਵਰੇ ਦੀ ਵਰਤੋਂ ਕੀਤੀ ਜਾਂਦੀ ਹੈ? 1 ਘੋੜੇ ਵੇਚ ਕੇ ਸੋਣਾ, 2 ਘੋੜੇ ਵੇਚਣਾ ਤੇ ਸੋਣਾ, 3 ਪ੍ਰੀਖਿਆ ਦੇ ਕੇ ਸੋਣਾ ਅਤੇ 4 ਡੱਕਾ ਨਾ ਤੋੜਨਾ। ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਆਏਗਾ 1 ਘੋੜੇ ਵੇਚ ਕੇ ਸੋਣਾ। ਸਾਡਾ ਭਾਗ ਤੀਜਾ, ਪਾਠ ਪੁਸਤਕਾਂ 'ਤੇ ਆਧਾਰਿਤ ਪ੍ਰਸ਼ਨ। ਕਵਿਤਾਵਾਂ ਵਿੱਚੋਂ ਪੁੱਛੇ ਗਏ ਅਨੁਸਾਰ 5 ਪ੍ਰਸ਼ਨਾਂ ਵਿੱਚੋਂ ਕੋਈ 4 ਹੱਲ ਕਰੋ। ਪ੍ਰਸ਼ਨ ਨੰਬਰ 32, ਸੋ ਕਿਉ ਮੰਦਾ ਆਖੀਏ ਬਾਣੀ ਕਿਸ ਗੁਰੂ ਸਾਹਿਬ ਦੀ ਰਚਨਾ ਹੈ? 1 ਗੁਰੂ ਅੰਗਦ ਦੇਵ ਜੀ, 2 ਸ਼੍ਰੀ ਗੁਰੂ ਨਾਨਕ ਦੇਵ ਜੀ, 3 ਸ਼੍ਰੀ ਗੁਰੂ ਅਮਰਦਾਸ ਜੀ ਅਤੇ 4 ਸ਼੍ਰੀ ਗੁਰੂ ਅਰਜਨ ਦੇਵ ਜੀ। ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਕੀ ਆਏਗਾ? ਸੋ ਕਿਉ ਮੰਦਾ ਆਖੀਏ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ। ਦੂਜਾ ਆਪਸ਼ਨ ਰਾਈਟ ਆਨਸਰ ਹੈ। ਪ੍ਰਸ਼ਨ ਨੰਬਰ 33, ਸੋ ਕਿਉ ਮੰਦਾ ਆਖੀਏ ਬਾਣੀ ਵਿੱਚ ਗੁਰੂ ਸਾਹਿਬ ਨੇ ਇਸਤਰੀ ਤੋਂ ਬਿਨਾਂ ਕੇਵਲ ਕਿਸ ਦੀ ਹੋਂਦ ਸਵੀਕਾਰ ਕੀਤੀ ਗਈ ਹੈ? 1 ਮਨੁੱਖ ਦੀ, 2 ਇਸਤਰੀ ਦੀ, 3 ਪਰਮਾਤਮਾ ਦੀ, 4 ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਇਸ ਦਾ ਸਹੀ ਉੱਤਰ ਆਏਗਾ ਪਰਮਾਤਮਾ ਦੀ। ਪ੍ਰਸ਼ਨ ਨੰਬਰ 34, ਹੇਠ ਦਿੱਤੇ ਵਿਕਲਪਾਂ ਵਿੱਚੋਂ ਕਿਹੜੀ ਰਚਨਾ ਸ਼੍ਰੀ ਗੁਰੂ ਅਮਰਦਾਸ ਜੀ ਦੀ ਹੈ? 1 ਕਿਰਪਾ ਕਰਕੇ ਬਖਸ਼ ਲਹੂ, ਦੂਜਾ ਸੋ ਕਿਉ ਮੰਦਾ ਆਖੀਏ, ਤੀਜਾ ਤੂੰ ਮੇਰਾ ਪਿਤਾ ਤੁਮ ਹੈ ਮੇਰਾ ਮਾਤਾ ਅਤੇ ਚੌਥਾ ਹੈ ਸਤਿਗੁਰੂ ਨਾਨਕ ਪ੍ਰਗਟਿਆ। ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਆਏਗਾ ਕਿਰਪਾ ਕਰਕੇ ਬਖਸ਼ ਲਹੂ। ਪ੍ਰਸ਼ਨ ਨੰਬਰ 35, ਕਿਰਪਾ ਕਰਕੇ ਬਖਸ਼ ਲਹੂ ਬਾਣੀ ਵਿੱਚ ਖਤੇ ਸ਼ਬਦ ਦਾ ਕੀ ਅਰਥ ਹੈ? 1 ਖਤ, ਦੂਸਰਾ ਭੁੱਲ, ਤੀਜਾ ਕਮਾਈ ਅਤੇ ਚੌਥਾ ਲੇਖਾ। ਤਾਂ ਖਤੇ ਸ਼ਬਦ ਦਾ ਆਨਸਰ ਹੈ ਸਹੀ ਜੋ ਅਰਥ ਹੈ ਉਹ ਆਏਗਾ ਜੋ ਦੂਜਾ ਆਪਸ਼ਨ ਹੈ ਭੁੱਲ। ਉਸ ਤੋਂ ਬਾਅਦ ਪ੍ਰਸ਼ਨ ਨੰਬਰ 36, ਸ਼੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਕਿਹਨਾਂ ਦੇ ਮੁਖੜੇ ਉਜਲੇ ਹੁੰਦੇ ਹਨ? 1 ਜਿਹੜੇ ਰੋਜ਼ ਮੂੰਹ ਧੋਂਦੇ ਹਨ, 2 ਜਿਹੜੇ ਰੋਜ਼ ਚੰਦਨ ਲਗਾਉਂਦੇ ਹਨ, 3 ਜਿਹੜੇ ਪ੍ਰਭੂ ਤੋਂ ਬੇਮੁਖ ਹੁੰਦੇ ਹਨ ਅਤੇ ਚੌਥਾ ਹੈ ਜਿਹੜੇ ਪ੍ਰਭੂ ਦੀ ਸਿਫਤ ਕਰਦੇ ਹਨ। ਤਾਂ ਇਹਦਾ ਜੋ ਰਾਈਟ ਆਨਸਰ ਹੈ ਉਹ ਵੀ ਆਏਗਾ ਚੌਥਾ, ਜਿਹੜੇ ਪ੍ਰਭੂ ਦੀ ਸਿਫਤ ਕਰਦੇ ਹਨ। ਵਾਰਤਕ ਵਿੱਚੋਂ ਪੁੱਛੇ ਗਏ ਅਨੁਸਾਰ 6 ਪ੍ਰਸ਼ਨਾਂ ਵਿੱਚੋਂ 5 ਕਰੋ। ਪ੍ਰਸ਼ਨ ਨੰਬਰ 37, ਘਰ ਦਾ ਪਿਆਰ ਲੇਖ ਕਿਸ ਦਾ ਲਿਖਿਆ ਹੋਇਆ ਹੈ? 1 ਪ੍ਰਿੰਸੀਪਲ ਪਿਆਰਾ ਸਿੰਘ, ਪ੍ਰਿੰਸੀਪਲ ਕਪੂਰ ਸਿੰਘ, ਪ੍ਰਿੰਸੀਪਲ ਮੋਹਨ ਸਿੰਘ,
ਪ੍ਰਿੰਸੀਪਲ ਤੇਜਾ ਸਿੰਘ। ਤਾਂ ਘਰ ਦਾ ਪਿਆਰ ਜੋ ਹੈ ਉਹ ਪ੍ਰਿੰਸੀਪਲ ਤੇਜਾ ਸਿੰਘ ਜੀ ਦਾ ਲਿਖਿਆ ਹੋਇਆ ਲੇਖ ਹੈ। ਪ੍ਰਸ਼ਨ ਨੰਬਰ 38, ਘਰ ਦਾ ਪਿਆਰ ਲੇਖ ਅਨੁਸਾਰ ਮੁੰਡਿਆਂ ਅਤੇ ਵਿਦਿਆਰਥੀਆਂ ਅੰਦਰ ਗੈਰ ਜ਼ਿੰਮੇਵਾਰੀ ਵਾਲਾ ਵਤੀਰਾ ਕਿਉਂ ਪੈਦਾ ਹੋ ਜਾਂਦਾ ਹੈ? ਇੱਕ, ਪਹਾੜਾਂ 'ਤੇ ਰਹਿਣ ਕਾਰਨ, ਦੂਜਾ ਬੋਰਡਿੰਗ ਦੀ ਰਹਿਣੀ ਬਹਿਣੀ ਕਾਰਨ, ਤੀਜਾ ਮਾੜੇ ਲੋਕਾਂ ਦੀ ਸੰਗਤ ਕਾਰਨ ਅਤੇ ਚੌਥਾ ਕਿਸੇ ਡਰ ਦੇ ਕਾਰਨ। ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਆਏਗਾ ਬੋਰਡਿੰਗ ਦੀ ਰਹਿਣੀ ਬਹਿਣੀ ਕਾਰਨ। ਪ੍ਰਸ਼ਨ ਨੰਬਰ 39, ਕਿਹੜਾ ਫਿਲਾਸਫਰ ਆਪਣੀ ਪਤਨੀ 'ਤੇ ਖਿਝਿਆ ਰਹਿੰਦਾ ਸੀ? ਇੱਕ, ਸ਼ੇਕਸਪੀਅਰ, ਦੂਜਾ ਟਾਲਸਟਾਏ, ਤੀਜਾ ਕਾਰਲਾਈਲ ਅਤੇ ਚੌਥਾ ਲਿਓਨਾਰਦੋ ਦਾ ਵਿੰਸੀ। ਤਾਂ ਸਹੀ ਆਨਸਰ ਆਏਗਾ ਕਾਰਲਾਈਲ। ਪ੍ਰਸ਼ਨ ਨੰਬਰ 40, ਬੋਲੀ ਦਾ ਖਜ਼ਾਨਾ ਕਿਸ ਦੇ ਚੌਗਿਰਦੇ ਵਿੱਚੋਂ ਜੁੜਨਾ ਸ਼ੁਰੂ ਹੁੰਦਾ ਹੈ? ਇੱਕ, ਬਚਪਨ, ਦੂਜਾ ਜਵਾਨੀ, ਤੀਜਾ ਬੁਢਾਪਾ ਅਤੇ ਚੌਥਾ ਉਮਰ। ਤਾਂ ਜੋ ਬੋਲੀ ਦਾ ਜੋ ਚੌਗਿਰਦਾ ਹੈ ਉਹ ਬਚਪਨ ਵਿੱਚੋਂ ਹੋਣਾ ਸ਼ੁਰੂ ਹੁੰਦਾ ਹੈ। ਪ੍ਰਸ਼ਨ ਨੰਬਰ 41, ਬੋਲੀ ਲੇਖ ਅਨੁਸਾਰ ਸਾਡੀ ਦੌਲਤ ਕੀ ਹੈ? ਇੱਕ, ਸਿੱਕੇ, 2 ਨੋਟ, 3 ਸੋਨਾ, 4 ਤਜਰਬਾ। ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਆਏਗਾ ਆਪਸ਼ਨ ਨੰਬਰ 4 ਤਜਰਬਾ। ਪ੍ਰਸ਼ਨ ਨੰਬਰ 42, ਵੇਖਣਾ, ਖੇਡਣਾ, ਮਿਲਣਾ, ਪਿਆਰਨਾ, ਕੁਝ ਜੋੜਨਾ, ਕੁਝ ਤੋੜਨਾ ਆਦਿ ਅਸਲੀ ਤਜਰਬੇ ਸਾਡੀ ਸ਼ਖਸੀਅਤ ਨੂੰ ਕੀ ਬਣਾਉਂਦੇ ਹਨ? ਇੱਕ, ਗਰੀਬ, 2 ਅਮੀਰ, 3 ਨੀਰਸ ਅਤੇ 4 ਦਿਲਚਸਪ। ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਆਏਗਾ 2 ਅਮੀਰ। ਕਹਾਣੀ ਵਿੱਚੋਂ ਪੁੱਛੇ ਗਏ ਅਨੁਸਾਰ 4 ਪ੍ਰਸ਼ਨਾਂ ਵਿੱਚੋਂ ਕੋਈ 3 ਹੱਲ ਕਰੋ। ਪ੍ਰਸ਼ਨ ਨੰਬਰ 43, ਕੁਲਫੀ ਕਹਾਣੀ ਦਾ ਰਚਨਕਾਰ ਹੈ? ਇੱਕ, ਵਰਿਆਮ ਸਿੰਘ ਸੰਧੂ, 2 ਸੁਜਾਨ ਸਿੰਘ, 3 ਗੁਰਬਖਸ਼ ਸਿੰਘ ਪ੍ਰੀਤਲੜੀ ਅਤੇ 4 ਕੁਲਵੰਤ ਸਿੰਘ ਵਿਰਕ। ਤਾਂ ਕੁਲਫੀ ਕਹਾਣੀ ਕਿਸ ਦੀ ਰਚਨਾ ਹੈ? ਇਹ ਆਏਗਾ ਜੋ 2 ਹੈ ਸੁਜਾਨ ਸਿੰਘ। ਪ੍ਰਸ਼ਨ ਨੰਬਰ 44, ਲੇਖਕ ਵੱਲੋਂ ਆਪਣੇ ਦੋਸਤ ਤੋਂ ਮੰਗ ਕੇ ਲਿਆਂਦੇ ਰੁਪਏ ਕਿਸ ਨੇ ਲੈ ਲਏ? ਇੱਕ, ਬੱਚੇ ਨੇ, 2 ਪਤਨੀ ਨੇ, 3 ਭੈਣ ਨੇ ਅਤੇ 4 ਭਰਾ ਨੇ। ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਆਏਗਾ 2 ਪਤਨੀ ਨੇ। ਪ੍ਰਸ਼ਨ ਨੰਬਰ 45, ਕੁਲਫੀ ਕਹਾਣੀ ਵਿੱਚ ਕਾਕੇ ਨੇ ਮੁਰਮੁਰੇ ਲਈ ਲੇਖਕ ਤੋਂ ਕਿੰਨੇ ਪੈਸੇ ਮੰਗੇ? 1 ਪੈਸਾ, 1 ਆਨਾ, 1 ਟਕਾ ਅਤੇ 1 ਧੇਲਾ। ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਆਏਗਾ 1 ਟਕਾ। ਪ੍ਰਸ਼ਨ ਨੰਬਰ 46, ਪੈਸੇ ਦੀ ਤੰਗੀ ਡੈਸ਼ ਤੋਂ ਭੈੜੀ ਹੁੰਦੀ ਹੈ? ਸਹੀ ਵਿਕਲਪ ਚੁਣ ਕੇ ਖਾਲੀ ਸਥਾਨ ਭਰੋ। 1, ਭੁੱਖ, ਦੂਜਾ ਕੱਪੜੇ, ਤੀਜਾ ਦੋਸਤਾਂ ਅਤੇ ਚੌਥਾ ਹਵਾਲਾਤ। ਤਾਂ ਪੈਸੇ ਦੀ ਤੰਗੀ ਹਵਾਲਾਤ ਦੀ ਤੰਗੀ ਤੋਂ ਵੀ ਭੈੜੀ ਹੁੰਦੀ ਹੈ। ਇਕਾਂਗੀ ਵਿੱਚੋਂ ਪੁੱਛੇ ਗਏ ਪ੍ਰਸ਼ਨ ਕੋਈ 4 ਪ੍ਰਸ਼ਨਾਂ ਵਿੱਚੋਂ 3 ਹੱਲ ਕਰੋ। ਪ੍ਰਸ਼ਨ ਨੰਬਰ 47, ਜ਼ਫਰਨਾਮਾ ਇਕਾਂਗੀ ਦਾ ਇਕਾਂਗੀਕਾਰ ਹੈ? 1, ਪਾਂਧੀ ਨਨਕਾਣਵੀ, ਦੂਜਾ ਹਰਚਰਨ ਸਿੰਘ, ਤੀਜਾ ਕਪੂਰ ਸਿੰਘ ਘੁੰਮਣ ਅਤੇ ਚੌਥਾ ਪਾਲੀ ਭੁਪਿੰਦਰ। ਤਾਂ ਇਸ ਦਾ ਜੋ ਸਹੀ ਉੱਤਰ ਹੈ ਉਹ ਆਏਗਾ ਹਰਚਰਨ ਸਿੰਘ। ਪ੍ਰਸ਼ਨ ਨੰਬਰ 48, ਗੁਰੂ ਗੋਬਿੰਦ ਸਿੰਘ ਜੀ ਔਰੰਗਜ਼ੇਬ ਨੂੰ ਕਿਸ ਥਾਂ 'ਤੇ ਮਿਲਣਾ ਚਾਹੁੰਦੇ ਸਨ? 1, ਦੀਨਾ ਕਾਂਗੜ, ਦੂਜਾ ਮੋਰਿੰਡਾ, ਤੀਜਾ ਅਨੰਦਪੁਰ ਸਾਹਿਬ ਅਤੇ ਚੌਥਾ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਜੋ ਗੁਰੂ ਗੋਬਿੰਦ ਸਿੰਘ ਜੀ ਆ ਉਹਨਾਂ ਨੂੰ ਔਰੰਗਜ਼ੇਬ ਨੂੰ ਦੀਨਾ ਕਾਂਗੜ ਵਿੱਚ ਮਿਲਣਾ ਚਾਹੁੰਦੇ ਸਨ। ਪ੍ਰਸ਼ਨ ਨੰਬਰ 49, ਜ਼ਫਰਨਾਮਾ ਇਕਾਂਗੀ ਦੀ ਘਟਨਾ ਕਦੋਂ ਵਾਪਰੀ? 1704 ਵਿੱਚ, ਈਸਵੀ ਵਿੱਚ, 1705 ਈਸਵੀ ਵਿੱਚ, 1706 ਈਸਵੀ ਵਿੱਚ ਅਤੇ 1706 ਈਸਾ ਪੂਰਵ। ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਆਏਗਾ ਜੋ 3rd ਆਪਸ਼ਨ ਹੈ 1706 ਈਸਵੀ ਵਿੱਚ। ਪ੍ਰਸ਼ਨ ਨੰਬਰ 50, ਔਰੰਗਜ਼ੇਬ ਨੂੰ ਜ਼ਫਰਨਾਮਾ ਕਿਸ ਦੁਆਰਾ ਲਿਖਿਆ ਗਿਆ? 1, ਗੁਰੂ ਅਰਜਨ ਦੇਵ ਜੀ, 2 ਗੁਰੂ ਹਰਗੋਬਿੰਦ ਸਾਹਿਬ, 3 ਗੁਰੂ ਤੇਗ ਬਹਾਦਰ ਜੀ ਅਤੇ ਚੌਥਾ ਹੈ ਗੁਰੂ ਗੋਬਿੰਦ ਸਿੰਘ ਜੀ। ਤਾਂ ਔਰੰਗਜ਼ੇਬ ਨੂੰ ਜੋ ਜ਼ਫਰਨਾਮਾ ਸੀ ਉਹ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖਿਆ ਗਿਆ। ਤਾਂ ਪਿਆਰੇ ਵਿਦਿਆਰਥੀਓ, ਇਹ ਸੀ ਤੁਹਾਡਾ ਸੈਂਪਲ ਪੇਪਰ ਜੋ ਕਿ CBSE ਨੇ ਜਾਰੀ ਕੀਤਾ ਹੈ। ਆਸ਼ਾ ਕਰਦੀ ਹਾਂ ਤੁਹਾਨੂੰ ਬਹੁਤ ਜ਼ਿਆਦਾ ਮਦਦ ਮਿਲੇਗੀ ਇਸ ਤੋਂ। ਅਤੇ ਜੇ ਵੀਡੀਓ ਚੰਗੀ ਲੱਗੇ ਲਾਈਕ ਕਰ ਦੇਣਾ, ਸ਼ੇਅਰ ਕਰ ਦੇਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਧੰਨਵਾਦ।